अस्सलामुअलैकुम। 4 स्टार सियासी डेरे दे खुश आमदीद। हुजूर साडी दुआ है तुसीं जिथे जिथे भी तशरीफ फरमा गए हो, अल्लाह पाक तुहानूं सारिआं नूं सेहत तंदुरुस्ती अता फरमावे। लो जी, एक दो दिन साडी जरा छुट्टी रही है। ਅਸੀਂ जरा इस्लामाबाद गए ਸਾਂ। ਉੱਥੇ ਜਾ ਕੇ ਦੇਖਿਆ, ਸਾਰਾ ਸਿਸਟਮ ਦੇਖਿਆ ਗਿਆ। ਖੈਰ ਸਾਨੂੰ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਮਿਲੀ ਉੱਥੇ, ਤਾਂ ਚਲੋ ਕੋਈ ਗੱਲ ਨਹੀਂ, ਅਸੀਂ ਸਾਰਾ ਉੱਥੇ ਵਿਜ਼ਿਟ ਕਰਦੇ ਆਂ ਵੀ ਕੀ ਮਾਮਲਾਤ ਹੈਗੇ ਨੇ, ਕੀ ਹਿਸਾਬ ਕਿਤਾਬ ਹੈ, ਉਹਦੇ ਬਾਰੇ ਤੁਹਾਨੂੰ ਗਾਈਡ ਕਰਾਂਗੇ। ਤੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ, ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਜਿਹੜਾ ਇਹਨਾਂ ਬੈਲ ਆਈਕਨ ਦੇ ਬਟਨ ਨੂੰ ਲਾਜ਼ਮਨ ਦਬਾ ਦਿਓ। ਤੋ ਲੋ ਜੀ, ਹੁਣ ਆਨੇ ਆ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ ਨਾ, ਇਹ 63 ਦਾ ਫੈਸਲਾ ਸੁਪਰੀਮ ਕੋਰਟ ਨੇ ਜਾਰੀ ਕਰ ਦਿੱਤਾ ਗਿਆ ਹੈ ਤੇ ਪੀਟੀਆਈ ਨੂੰ ਸ਼ਿਕਸਤ ਹੋ ਗਈ ਇਸ ਮਾਮਲੇ ਦੇ ਵਿੱਚ। ਕਪਤਾਨ ਸਾਹਿਬ ਸਾਡੇ ਇਮਰਾਨ ਖਾਨ ਸਾਹਿਬ ਮਿੱਠੇ ਪਿਆਰੇ, ਉਹਨਾਂ ਨੇ ਆਵਾਮ ਨੂੰ ਫਿਰ ਅਪੀਲ ਕੀਤੀ ਕਿ ਸਾਰੇ ਡੀ ਚੌਕ ਪਹੁੰਚੋ, ਜਿੱਥੇ ਇਹ ਇਕੱਠੇ ਹੋਏ ਸਨ ਉੱਥੇ ਦੁਬਾਰਾ ਫਿਰ ਪਹੁੰਚੋ। ਤੇ ਜਿਹੜਾ ਹੈਗਾ ਨਾ ਜਿਹੜੇ ਹੈਗੇ ਨਾ ਆਪਣੇ ਫੈਸਲਾ ਸਾਜ਼ ਬੰਦੇ, ਜਿਹੜੇ ਹੁਕੂਮਤ ਦੇ ਫੈਸਲੇ ਕਰਦੇ ਨੇ ਦੂਸਰੇ ਕਰਦੇ, ਉਹਨਾਂ ਨੂੰ ਮੌਲਾਨਾ ਸਾਹਿਬ ਰਾਸ ਆ ਗਏ ਹੈਗੇ ਨੇ। ਮੌਲਾਨਾ ਸਾਹਿਬ ਦਾ ਜਿਹੜਾ ਮਾਮਲਾ ਨਾ, ਉਹਨਾਂ ਵਾਸਤੇ ਬੜਾ ਜ਼ਬਰਦਸਤ ਕਲੀਅਰ ਹੋ ਗਿਆ। ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਹੁਣ ਤੁਹਾਡੇ ਅੱਗੇ ਸਾਰੀ ਗੁਫ਼ਤਗੂ ਕਰਨੇ ਆ। ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ ਨਾ, ਇਹ 63 ਦਾ, ਉਹ ਸੁਪਰੀਮ ਕੋਰਟ ਨੇ ਜਾਰੀ ਕਰ ਦਿੱਤਾ ਗਿਆ ਹੈ। ਇਹ ਜਿਹੜਾ ਫੈਸਲਾ ਹੈਗਾ ਨਾ, ਸਾਰਿਆਂ ਨੂੰ ਕਬੂਲ ਹੈਗਾ ਹੈ। ਨਹੀਂ ਕਬੂਲ ਹੈਗਾ ਤੇ ਪੀਟੀਆਈ ਨੂੰ ਕਬੂਲ ਨਹੀਂ ਗਿਆ। ਪੀਟੀਆਈ ਨੂੰ ਇਹ ਫੈਸਲਾ ਕਬੂਲ ਨਹੀਂ ਗਿਆ। ਇਹ ਜਿਹੜਾ ਫੈਸਲਾ ਇਹਨਾਂ ਦੇ ਖਿਲਾਫ ਆਵੇਗਾ ਨਾ, ਇਹਨਾਂ ਨੂੰ ਕਬੂਲ ਨਹੀਂ ਹੈਗਾ। ਤੁਹਾਨੂੰ ਪਤਾ ਹੈਗਾ ਕਿ ਇਹਨਾਂ ਨੇ ਆਪਦੇ ਜੱਜ, ਆਪਦੇ ਮਾਮਲਾਤ, ਇਹਨਾਂ ਦੇ ਆਪਦੇ ਸਿਸਟਮ ਜਿਹੜੇ ਹੈਗੇ ਸਨ, ਆਪਦੇ ਜੱਜ ਭਰਤੀ ਕੀਤੇ ਸਨ, ਆਪਦੇ ਫੈਸਲੇ ਲੈਣੇ। ਸੁਬਾਹ ਇਹਨਾਂ ਨੇ ਜਾਣਾ, ਫੈਸਲਾ ਲਿਆ ਦੇ ਤੇ ਸ਼ਾਮ ਨੂੰ ਇਹਨਾਂ ਫੈਸਲਾ ਲਿਆ ਦੇ ਘਰ ਲਗੇ ਆਉਣਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ 2018 ਦਾ ਜਿਹੜਾ ਇਲੈਕਸ਼ਨ ਹੋਇਆ ਸੀ ਨਾ, ਉਹਦੇ ਵਿੱਚ ਬੜਾ ਮਾਮਲਾ ਖਰਾਬ ਹੋਇਆ। ਆਰਟੀਐਸ ਸਿਸਟਮ ਨੂੰ ਬਹਾ ਦਿੱਤਾ ਗਿਆ। 3 ਦਿਨ ਆਰਟੀਐਸ ਸਿਸਟਮ ਨੂੰ ਰੋਕਿਆ ਗਿਆ, 3 ਦਿਨ ਫੈਸਲੇ ਰੋਕੇ ਗਏ। ਉਹਦੇ ਬਾਅਦ ਇਮਰਾਨ ਖਾਨ ਸਾਹਿਬ ਨੂੰ ਵਿਨਰ ਕਰਾਰ ਦਿੱਤਾ ਗਿਆ ਤੇ ਪੀਟੀਆਈ ਦੇ ਜਿਹੜੇ ਐਮਐਨਏ ਸਨ, ਉਹ ਕਹਿੰਦੇ ਸਾਡੇ ਹਲਕੇ ਜਿੰਨੇ ਵੋਟ ਵੀ ਨਹੀਂ ਗਏ ਜਿੰਨੇ ਸਾਨੂੰ ਵੋਟ ਪੈ ਗਏ ਹੈਗੇ। ਤੇ ਉਹਨੇ ਕਿਹਾ ਜੀ ਜਿਹੜਾ ਹੈਗਾ ਨਾ, ਉਹਨਾਂ ਦੇ ਜਿਹੜੇ ਉਸ ਵਕਤ ਜਿਹੜੇ ਸੂਬਾ ਸਾਧ ਜਿਹੜੇ ਇਮਰਾਨ ਖਾਨ ਨੂੰ ਲਿਆਦੇ ਆਏ ਨਾ, ਉਹਨਾਂ ਨੇ ਉਸ ਟਾਈਮ ਹਿਸਾਬ ਲਾਇਆ ਕਿ ਯਾਰ ਸਾਡਾ ਜਿਹੜਾ ਸਿਸਟਮ ਹੋਵੇਗਾ ਨਾ, ਸਾਡਾ ਜ਼ਬਰਦਸਤ ਹੋਵੇਗਾ, ਅਸੀਂ ਇਹ ਨਵਾਂ ਬੰਦਾ ਹੈਗਾ ਕੰਮ ਨੂੰ ਡਿਲੀਵਰ ਕਰੇਗਾ। ਲੇਕਿਨ ਇਹ ਤਾਰੀਖ ਦੀ ਨਾਕਾਮ ਤਰੀਨ ਹੁਕੂਮਤ ਸਾਬਤ ਹੋਈ। ਤਾਰੀਖ ਦੀ ਨਾਕਾਮ ਤਰੀਨ ਹੁਕੂਮਤ ਸਾਬਤ ਹੋਈ। ਇਹ ਟੀਵੀ ਦੇ ਬੈਦ ਕਹਿੰਦੇ ਹੁੰਦੇ ਸਨ, ਇਹ ਅੱਜ ਇਹ ਫੜਾਈ ਜਾਵੇਗਾ, ਕੱਲ ਇਹ ਫੜਾਈ ਜਾਵੇਗਾ, ਪਰਸੋਂ ਇਹ ਫੜਾਈ ਜਾਵੇਗਾ ਤੇ ਕੱਲ ਪਰਸੋਂ ਇਹ ਫੜਾਈ ਜਾਵੇਗਾ। ਜਿਹੜੇ ਇਹਨਾਂ ਦੇ ਮਨਸੂਬਾ ਸਾਜ਼ ਹੈਗੇ ਸਨ, ਜਿਹੜੇ ਇਹਨਾਂ ਨੂੰ ਲਿਆਦੇ ਆਏ, ਉਹਨਾਂ ਨੇ ਬੜਾ ਹਿਸਾਬ ਦਾ ਬੁਲਾਇਆ ਕਿ ਵੀ ਇਹ ਜਿਹੜੀ ਗੌਰਮੈਂਟ ਹੈਗੀ ਡਿਲੀਵਰ ਕਰੇਗੀ, ਲੇਕਿਨ ਗੌਰਮੈਂਟ ਡਿਲੀਵਰ ਨਾ ਕੀਤਾ ਗਿਆ। ਮਹਿੰਗਾਈ ਦਾ ਇੱਕ ਬੜਾ ਜ਼ਬਰਦਸਤ ਤੂਫਾਨ ਆਇਆ। ਇਹ ਜਿਹੜਾ ਹੈਗਾ ਸੀ, ਇੰਨਾ ਜ਼ਿਆਦਾ ਮਹਿੰਗਾਈ ਦਾ ਤੂਫਾਨ ਆਇਆ ਕਿ ਆਮ ਆਦਮੀ ਦਾ ਜੀਣਾ ਦੋ ਬਾਰ ਹੋ ਗਿਆ। ਆਮ ਆਦਮੀ ਬੜੀ ਜਿਹੜੀ ਕਿਸੇ ਨਾ ਮਸਾਇਲ ਦੇ ਵਿੱਚ ਚਲਾ ਗਿਆ। ਸਾਰਾ ਮਾਮਲਾ ਖਰਾਬ ਹੋ ਗਿਆ। लोग बेरोजगार होते गए। इमरान खान साहब रोज टीवी दे आने गल की कहेंगे, सबसे पहली बात है आपने घबराना नहीं है। सबसे पहली बात आपने घबराना नहीं है। घबराइए की ना होना, जो तो खान कुछ ना लभा गया। खैर वो मामला होंदा काम खराब होंदा अखीर सारे बंदियां ने इमरान खान साहब की गौरमेंट नूं ला दिता गया। इमरान खान साहब घर चले गए। वो घर जाने तो बाद चैन नाल नहीं बैठे। उन्होंने कहा जी इंज करा जो सूबा साध जिन्हें जो सर फरिश्त जनरल फैज हमीद सी, उन्होंने जलसे जलूस शुरू कर दिते गए। उनके दौरान पंजाब की गौरमेंट का मसला बनया, पंजाब की गौरमेंट का रौला बनया। बड़ा कहते सन जी ये 40 किलोमीटर की गौरमेंट हैगी, पंजाब का रौला बनया। उनके जो है ना, ये 63 का जो फैसला है ना, उनके मुताबिक यह है कि जो एक ਜਿਹੜਾ ਹੈਗਾ ਨਾ ਆਪਣਾ ਮੁਖਰਫ ਜਿਹੜਾ ਰੁਕਨ ਹੈਗਾ ਨਾ, ਇੱਕ ਪਾਰਟੀ ਦਾ ਬੰਦਾ ਦੂਸਰੀ ਪਾਰਟੀ ਨੂੰ ਵੋਟ ਨਹੀਂ ਦੇ ਸਕਦਾ ਹੈਗਾ। ਪਹਿਲਾਂ ਇਮਰਾਨ ਖਾਨ ਸਾਹਿਬ ਨੇ 2018 ਦੇ ਇਲੈਕਸ਼ਨ 'ਚ ਸਾਰੇ ਬੰਦੇ ਇਕੱਠੇ ਕੀਤੇ, ਜੰਗੀਰ ਤਰੀਨ ਨੂੰ, ਦੂਜਿਆਂ ਨੂੰ, ਤੀਆਂ ਨੂੰ, ਭਰ ਦੇ ਜੰਗੀਰ ਤੀਆਂ ਜਾ ਜਾਂਦਾ ਸੀ, ਬੰਦੇ ਲੈ ਜਾਂਦਾ ਸੀ। ਸ਼ਮਾਲੀ ਪੰਜਾਬ ਦੇ ਵਿੱਚੋਂ ਤੇ ਜਨੂਬੀ ਪੰਜਾਬ ਦੇ ਵਿੱਚੋਂ ਤੇ ਬੰਦੇ ਇਕੱਠੇ ਕਰਦੇ, ਕਦੀ ਜਾਈ ਮਲਤਾਨ ਉੱਡਦਾ ਪਿਆ ਤੇ ਕਦੀ ਜਾਈ ਕਿੱਥੇ ਉੱਡਦਾ ਪਿਆ ਤੇ ਕਦੀ ਜਾਈ ਕਿੱਥੇ ਉੱਡਦਾ ਪਿਆ। ਅਖੀਰ ਕਰਾ ਇਹਨਾਂ ਨੇ ਆਪਣੀ ਗੌਰਮੈਂਟ ਖੜੀ ਕਰ ਲਈ। ਉਦੋਂ ਇਹਨਾਂ ਨੂੰ ਇਹ 63 ਯਾਦ ਨਹੀਂ ਆਇਆ। ਅੱਜ ਇਹਨਾਂ ਨੂੰ ਇਹ 63 ਯਾਦ ਆਉਂਦਾ ਪਿਆ ਗਿਆ ਜੀ। ਉਹ ਮੁਖਰਫ ਰੁਕਨ ਕੌਮੀ ਅਸੈਂਬਲੀ ਦਾ ਉਹਦਾ ਵੋਟ ਸ਼ੁਮਾਰ ਨਹੀਂ ਹੋਵੇਗਾ। ਮੀਆਂ ਕਿਉਂ ਵੋਟ ਸ਼ੁਮਾਰ ਨਹੀਂ ਹੋਵੇਗਾ? ਤੁਸੀਂ ਤੇ 2018 ਚ ਇਸੇ ਤਰ੍ਹਾਂ ਹੀ ਕੀਤਾ, ਸਾਰੇ ਮਾਮਲਾਤ ਕੀਤੇ ਗਏ ਨੇ ਤੇ ਸਾਰਾ ਜਿਹੜਾ ਹੈਗਾ ਨਾ, ਤੁਸੀਂ ਇਹ ਜਿਹੜਾ ਵੀ ਫੈਸਲਾ ਹੈਗਾ ਨਾ, ਜੋ ਵੀ ਮਾਮਲਾ ਹੈਗਾ, ਪੀਟੀਆਈ ਉਸੇ ਕਾਬਲੇ ਕਬੂਲ ਨਹੀਂ ਗਿਆ। ਇਹਨਾਂ ਨੂੰ ਜੱਜ ਚਾਹੀਦੇ ਨੇ, ਜ਼ੁਲਮ ਆਪਣਾ ਖੋਸੇ ਵਗੈਰੇ
ਤੇ ਜਿਹੜਾ ਹੈ ਆਪਣਾ ਸਾਕਬ ਨਸਾਰ ਵਗੈਰੇ ਤੇ ਉਮਰ ਅਤਾਬ ਬੰਦਿਆਲ ਵਗੈਰੇ, ਜਿਹੜੇ ਇਹਨਾਂ ਨੂੰ ਗੁਰੂ ਟੂ ਸੀ ਜੀ ਕਹਿਣ ਤੇ ਹੋਰ ਬੜੇ ਮਾਮਲਾਤ ਇਹਨਾਂ ਨਾਲ ਕਰਨ, ਠੀਕ ਹੈ ਨਾ। ਇਹਨਾਂ ਨੂੰ ਕਹਿੰਦਾ ਨਾ ਉਹ ਲੁੱਡੀਆਂ ਪਾਵਨ ਇਹਨਾਂ ਨੂੰ ਵੇਖਦੇ, ਇਹਨਾਂ ਨੂੰ ਉਹ ਜੱਜ ਚਾਹੀਦੇ ਨੇ ਜਿਹੜੇ ਇਹਨਾਂ ਦੇ ਹੱਕ 'ਚ ਫੈਸਲਾ ਦੇਣ, ਜਿਹੜਾ ਇਹਨਾਂ ਦਾ ਮਾਮਲਾ ਕਲੀਅਰ ਕਰਨ, ਉਹ ਇਹਨਾਂ ਨੂੰ ਫੈਸਲੇ ਸਾਲ ਚਾਹੀਦੇ ਗਏ ਨੇ। ਲੇਕਿਨ ਇਹਨਾਂ ਨੇ ਕੋਈ ਮਾਮਲਾ ਆਪਣਾ ਕਲੀਅਰ ਨਹੀਂ ਕੀਤਾ ਗਿਆ। ਚਲੋ ਅਸੀਂ ਅੱਲਾ ਅੱਗੇ ਦੁਆ ਕਰਨੇ, ਅੱਲਾ ਇਹਨਾਂ ਨੂੰ ਹਦਾਇਤ ਦੇਵੇ, ਅੱਲਾ ਪਾਕ ਇਹਨਾਂ ਦੇ ਸਾਰੇ ਮਾਮਲਾਤ ਨੂੰ ਦਰੁਸਤ ਕਰੇ। ਤੇ ਅਸੀਂ ਦੁਆ ਗੋ ਹੈਗੇ ਆ ਸਾਰਿਆਂ ਵਾਸਤੇ ਜਿਹੜਾ ਹੈਗਾ ਨਾ, ਇਹ ਹੈਗਾ ਨਾ ਪੀਟੀਆਈ ਜਿਹੜੀ ਹੈਗੀ ਨਾ ਹੁਣ ਇਸ ਟਾਈਮ ਜਿਹੜੇ ਆਪਦੇ ਜੱਜ, ਜਿਹੜੇ ਉਹਦੇ ਜੱਜ ਹੈਗੇ ਸਨ ਪੀਟੀਆਈ ਦੇ, ਜਿਹੜੇ ਆਪਦੇ ਦੌਰ ਜੱਜ ਲੱਗੇ ਸਨ, ਪੀਟੀਆਈ ਉਹਨਾਂ ਦਾ ਮਹਿਰੂਮ ਹੋ ਗਈ ਹੈ। ਕਾਇਜ਼ੀ ਜਿਹੜਾ ਫਾਇਜ਼ ਈਸਾ ਸਾਹਿਬ ਹੈਗੇ ਨੇ, ਉਹਨਾਂ ਨੇ ਇਹਨਾਂ ਦੇ ਫੈਸਲਿਆਂ ਨੂੰ, ਜਿਹੜਾ ਕਾਜ਼ੀ ਫਾਇਜ਼, ਇਹਨਾਂ ਨੂੰ ਪੀਟੀਆਈ ਨੂੰ ਮੁਸ਼ਕਲ ਚ ਪਾ ਦਿੱਤਾ ਗਿਆ। ਇਹਨਾਂ ਦਾ ਜਿਹੜਾ 30 ਸਾਲਾ ਪ੍ਰੋਗਰਾਮ ਹੈਗਾ ਸੀ ਨਾ, ਵੀ ਉਹ ਫੈਜ਼ ਮੀਰ ਆਰਮੀ ਚੀਫ ਬਣਿਆ ਦਾ, ਮੈਂ ਸਦਰੇ ਪਾਕਿਸਤਾਨ ਬਣ ਜਾਂਦਾ, ਤੁਰਕੀ ਵਾਲਾ ਨਿਜ਼ਾਮ ਲੈ ਆਵਾਂਗੇ, ਸਰਦਾਰਤੀ ਨਿਜ਼ਾਮ ਲੈ ਆਵਾਂਗੇ, ਦੂਜਾ ਦੀਆ ਲਿਆਵਾਂਗੇ, ਨਾ ਸਾਨੂੰ ਕੋ ਪੁੱਛੇ ਦਾ, ਪੀਰਨੀ ਗੋਗੀ ਤੇ ਇਹ ਸਾਰੇ ਬੰਦੇ ਲੁੱਟ ਮਾਰ ਕਰਦੇ ਰਹਿੰਦੇ। ਇਹਨਾਂ ਦੇ ਸਾਰਿਆਂ ਦੇ ਗੋਗੀ ਸਿਆਣੀ ਸੀ, ਜਿਹੜੀ ਸਾਰੇ ਪਹਿਲਾਂ ਨੱਸ ਗਈ ਇੱਥੋਂ। ਉਹਨੂੰ ਪਤਾ ਸੀ ਕਿ ਜਿਹੜਾ ਹੈਗਾ ਸੀ ਨਾ, ਕੋਈ ਵੀ ਮਾਮਲਾ, ਕੋਈ ਵੀ ਕਿਸੇ ਕਿਸਮ ਦਾ ਮਾਮਲਾ ਮੇਰੇ ਸੇ ਖਰਾਬ ਹੋਵੇਗਾ। ਚਲੋ ਖੈਰ, ਅੱਲਾ ਖੈਰ ਕਰੇ, ਅੱਲਾ ਬਿਹਤਰੀ ਵਾਲੇ ਮਾਮਲੇ ਕਰੇ, ਅੱਲਾ ਪਾਕ ਸਾਨੂੰ ਸਾਰੇ ਉਹਨਾਂ ਦੇ ਮਾਮਲੇ ਦੀ ਤੌਫੀਕ ਅਤਾ ਫਰਮਾਵੇ। ਦੂਸਰਾ ਜਿਹੜਾ ਹੈਗਾ, ਇਮਰਾਨ ਖਾਨ ਸਾਹਿਬ ਨੇ ਡੀ ਚੌਕ ਦੇ ਜਲਸੇ ਦਾ ਐਲਾਨ ਕੀਤਾ ਗਿਆ, ਉਧਰੋਂ ਅਲੀ ਮੀਨ ਗੰਡਾਪੁਰ ਸਾਹਿਬ ਜਿਹੜੇ ਹੈਗੇ ਨੇ, ਉਧਰੋਂ ਆਪਣਾ ਜਥਾ ਲਿਆ ਨਿਕਲ ਗਏ ਨੇ। ਖੈਬਰ ਪਖਤੂਨਖਵਾ ਦੇ ਵਿੱਚ ਉਧਰੋਂ ਜਿਹੜੀ ਹੈਗੀ ਆਪਣੀ ਪੰਜਾਬ ਗੌਰਮੈਂਟ, ਸਾਡੇ ਮਿੱਠੇ ਪਿਆਰੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬ ਨੇ ਵੀ ਆਪਦੀ ਕਮਰ ਕੱਸ ਲਈ ਹੈ, ਤੇ ਉਹ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਨਾ, ਉਹਨਾਂ ਨੇ ਕੰਟੇਨਰ ਲਾ ਛੱਡੇ ਨੇ ਉੱਥੇ। ਕਾਫੀ ਜ਼ਿਆਦਾ ਜਿਹੜੀ ਪੁਲਿਸ ਇਸਲਾਮਾਬਾਦ ਸੀ ਗਏ ਸੀ, ਕੱਲ ਸਾਰਾ ਦੇਖਿਆ, ਇਸਲਾਮਾਬਾਦ ਸਾਰੇ ਨੂੰ ਸੀਲ ਕੀਤਾ ਗਿਆ, ਕਾਫੀ ਰਸਤੇ ਕੰਟੇਨਰ ਲਾ ਦਿੱਤੇ ਗਏ ਨੇ। ਉਧਰੋਂ ਜਿਹੜਾ ਡੀ ਚੌਕ ਹੈ, ਉਹ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ। ਤੇ ਪਿੱਛੇ ਜਿਹੜਾ ਹੈਗਾ ਆਪਣਾ ਸਾਰਾ ਮੋਟਰਵੇ ਚੌਕ ਤੇ ਉਧਰੋਂ ਸੰਗਜਾਨੀ ਬਾਈਪਾਸ, ਉਧਰ ਜਿਹੜਾ ਨਾ ਬੁਰਹਾਨ ਇੰਟਰਚੇਂਜ, ਇਹ ਸਾਰਿਆਂ ਨੂੰ ਕੰਟੇਨਰ ਲਾ ਦੇ ਬੰਦ ਕਰ ਦਿੱਤਾ ਗਿਆ। ਇਹ ਵੇਖੋ ਹੁਣ ਰਾਤ ਤੱਕ ਜਿਹੜੀ ਖਬਰ ਆਉਂਦੀ ਹੈ, ਤੁਹਾਨੂੰ ਨਾਲ ਜਿਹੜਾ ਹੈਗਾ ਨਾ ਅਪ ਟੂ ਡੇਟ ਕਰਦੇ ਰਵਾਂਗੇ। ਇਹ ਜਦੋਂ ਵੀ ਘੁੰਮਤ ਹਰਕਤ ਚ ਵੇਖੋ ਜੀ, ਜਦੋਂ ਹੁਣ ਇਹ ਬੰਦੇ ਜੋ ਲੈ ਦੇ ਆਵਾਂਗੇ ਉੱਥੇ ਜਿਆਦਾ ਗੋਲ ਕਪਾੜਾ ਕਰਨ ਦੇ, ਇਹ ਕੰਮ ਖਰਾਬ ਕਰਨ ਦੇ, ਸ਼ੋਰ ਸ਼ਰਾਬਾ ਕਰਨ ਦੇ, ਫਿਰ ਘੁੰਮਤ ਹਰਕਤ ਚ ਆਵੇ ਦੀ, ਘੁੰਮਤ ਹਰਕਤ ਦੇ ਵਿੱਚ ਆਵੇ ਦੀ, ਤੇ ਘੁੰਮਤ ਜਦੋਂ ਫਿਰ ਹਰਕਤ ਚ ਆਵੇ ਦੀ, ਫਿਰ ਕਹਿੰਦੇ ਸਾਡੇ ਨਾਲ ਜ਼ਿਆਦਤੀ ਹੋਈ, ਸਾਨੂੰ ਡਾਂਗਾ ਪਈਆਂ ਨੇ, ਸਾਡੇ ਦਾਸੂ ਗਿਆ ਸੁੱਟਿਆ, ਸਾਨੂੰ ਮਾਰ ਪਈ ਹੈ। ਪਿਛਲੇ ਇਤਜਾਜ ਇਸਲਾਮਾਬਾਦ ਤੋਂ ਪਹਿਲੋਂ ਹੋਇਆ ਰਾਵਲਪਿੰਡੀ ਦੇ ਵਿੱਚ, ਉਹਦੇ ਤਕਰੀਬਨ 30-40 ਪੁਲਿਸ ਵਾਲੇ ਜ਼ਖਮੀ ਹੋਏ ਨੇ ਜਾਂ ਮਾਮਲਾਤ ਹੋਏ ਨੇ। ਇਹ ਕਿਹੜਾ ਕੰਮ ਕਰਦੇ ਪਏ ਨੇ ਜਿਹਦੇ ਨਾਲ ਸਾਰਾ ਮਸਲਾ ਜਿਹੜਾ ਖਰਾਬ ਹੁੰਦਾ ਪਿਆ ਗਿਆ। ਚਲੋ ਕੋਈ ਗੱਲ ਨਹੀਂ। ਇਹ ਜਿਹੜਾ ਹੈਗਾ ਨਾ ਵਜ਼ੀਰ ਆਲਾ ਖੈਬਰ ਪਖਤੂਨਖਵਾ, ਉਹਨੂੰ ਗੌਰਮੈਂਟ, ਉਹਨੂੰ ਆਪਣਾ ਇਮਰਾਨ ਖਾਨ ਸਾਹਿਬ ਨੇ ਹੁਕਮ ਜਾਰੀ ਕੀਤਾ ਕਿ ਜਿੱਥੋਂ ਸਾਡੀ ਪੈਦਾਵਾਰ ਸ਼ੁਰੂ ਹੋਈ ਡੀ ਚੌਕ ਦੋ, ਇਹ ਡੀ ਚੌਕੀਏ ਨੇ ਨਾ, ਇਹ ਡੀ ਚੌਕ 'ਚ ਪਹੁੰਚੋ। ਡੀ ਚੌਕ 'ਚ ਕਿਹੜਾ ਕੋ ਪੰਜ ਸੱਤਾਂ ਬਾਦਸ਼ਾਹੀਆਂ ਦਾ ਖਜ਼ਾਨਾ ਦੱਬਿਆ ਹੈ ਜਿਹੜਾ ਇਹਨਾਂ ਨੇ ਲੈ ਜਾਣਾ ਗਿਆ ਹੈ। ਉਹ ਡੀ ਚੌਕ 'ਚ ਕਿਹੜਾ ਖਜ਼ਾਨਾ ਨਤੀਜਾ ਹੈ ਜਿਹੜਾ ਇਥੋਂ ਉਹਨਾਂ ਜਾਇ ਕੱਢਦੇ, ਉਹ ਖਜ਼ਾਨਾ ਖਤਮ ਹੋ ਗਿਆ ਹੈ। ਜਿਹੜੇ ਜੱਜ ਤੁਹਾਡੇ ਆਮਦੇ ਨਾਲ ਲੁੱਡੀਆਂ ਪਾਉਂਦੇ ਸਨ, ਤੇ ਤੁਸੀਂ ਟੀਵੀ ਤੇ ਆਣੇ ਦੱਸਦੇ ਹੁੰਦੇ ਸੀਗੇ ਕਿ ਜੀ ਅੱਜ ਇਹ ਫਲਾਂ ਬੰਦੇ ਨੇ ਗ੍ਰਿਫਤਾਰ ਹੋਣਾ, ਫਲਾਂ ਬੰਦੇ ਨੇ ਗ੍ਰਿਫਤਾਰ ਹੋਣਾ, ਕੰਮ ਖਤਮ ਹੋ ਗਿਆ ਉਹ ਵਾਲਾ। ਹੁਣ ਵਕਤ ਦੇ ਮੁਤਾਬਕ ਵਕਤ ਦੀ ਚਾਲ ਨੂੰ ਸਮਝੋ ਤੇ ਬੰਦੇ ਪੁੱਤਰ ਬਣੋ ਤੇ ਕੰਮ ਐਸੇ ਖਰਾਬ ਨਾ ਕਰੋ, ਗੌਰਮੈਂਟ ਦੇ ਨਾਲ ਚੱਲੋ, ਇਹ ਮੁਲਕ ਨੂੰ ਤਰੱਕੀ ਕਰਨ ਦਿਓ। ਤੁਹਾਡੇ ਕੀ ਗੁਜ਼ਾਰਿਸ਼ ਹੈ ਪੀਟੀਆਈ ਵਾਲਿਓ, ਤੁਹਾਡੇ ਕੀ ਗੁਜ਼ਾਰਿਸ਼ ਹੈ ਕਿ ਮੁਲਕ ਨੂੰ ਤਰੱਕੀ ਕਰਨ ਦਿਓ, ਪਰ ਤੁਸੀਂ ਕੰਮ ਚੰਗਾ ਕੋਈ ਨਹੀਂ ਕਰਨਾ, ਕਿਉਂਕਿ ਇਸ ਵਜ੍ਹਾ ਕਿ ਤੁਹਾਡੇ ਲੀਡਰ ਨੇ ਇੱਥੇ ਕੰਮ ਚੰਗਾ ਕੋਈ ਨਹੀਂ ਕੀਤਾ ਹੈਗਾ, ਤਾਂ ਤੁਸੀਂ ਕਿਵੇਂ ਕੰਮ ਚੰਗਾ ਕਰੋਗੇ? ਤੁਸੀਂ ਕੰਮ ਚੰਗਾ ਨਹੀਂ ਕਰਨਾ। ਚਲੋ ਕੋਈ ਨਹੀਂ, ਇਹ ਸਾਰੇ ਅਦਮੇ ਤਵਾਫੁਜ਼ ਦਾ ਸ਼ਿਕਾਰ ਹੈਗੇ ਨੇ, ਆਸਤਾ ਸਭ ਠੀਕ ਹੋ ਜਾਂਦੇ। ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦੀ ਗੱਲਬਾਤ ਕਰਨੇ ਪਏ। ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨਾਲ ਹੱਥ ਹੋ ਗਿਆ, ਉਹਨਾਂ ਨੂੰ ਗੌਰਮੈਂਟ ਨੇ ਬੜੇ ਬੰਦੇ ਬੁੰਦੇ ਮਿਲੇ, ਉਹਨਾਂ ਦੀ ਨੇਕ ਨੀਤੀ 'ਚ ਇਜ਼ਾਫਾ ਹੋ ਜਾਣਾ ਸੀ, ਪਰ ਉਹ ਇਸ ਮਾਮਲੇ 'ਚ ਥੋੜਾ ਦੂਰ ਰਹੇ। ਅਸੀਂ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵਾਸਤੇ ਦੁਆ ਗੋ ਹੋਏ ਗਏ ਹਾਂ ਕਿ ਉਹਨਾਂ ਨੇ ਉਹ ਕਰਾਤੀ ਵੀ 63 ਦੇ ਉੱਤੇ ਜਿਹੜਾ ਹੈਗਾ ਨਾ ਸ਼ਿਕਾਂ ਦੇ ਉੱਤੇ ਉਹਨਾਂ ਨੇ ਬੜੀ ਬਹਿਸ ਕੀਤੀ, ਬੜਾ ਉਹਨਾਂ ਨੇ ਬੜੀ ਪ੍ਰੈਸ ਕਾਨਫਰੰਸ ਕੀਤੀ। ਉਹ ਪ੍ਰੈਸ ਕਾਨਫਰੰਸ ਕਰਨ ਦਾ ਮਸਲਾ ਇਹ ਹੈਗਾ ਸੀ ਕਿ ਵੀ ਮੇਰੀ ਮੰਨੋ ਜਾਂ ਮੈਨੂੰ ਇੱਕ ਇੱਜ਼ਤ ਮਕਾਮ ਦਿਓ। ਉਹ ਨਵਾਜ਼ ਸ਼ਰੀਫ ਨਾਲ ਵੀ ਨਾਰਾਜ਼ ਹੈਗੇ ਨੇ ਤੇ ਜ਼ਰਦਾਰੀ ਸਾਹਿਬ ਨਾਲ ਵੀ ਨਾਰਾਜ਼ ਨੇ। ਦੇਖੋ ਜੀ, ਮੈਂ ਪੀਟੀਐਮ ਦਾ ਸਦਰ ਹੈਗਾ ਸਾਂ, और तू सदर है पीडीएम का उनकी करिए, तेरे सीटा ही नहीं गया, तेन सदर पाकिस्तान मान लीए, आहो तेन सदर पाकिस्तान मान लीए, फिर हूं सदर पाकिस्तान नहीं तेन मन सकते गए। चलो जो तेरा हिस्सा बनता तेन दे छेगा, पर तू हिस्से राजी नहीं गया। वैसे भी मौलवी बंदे हिस्से छोटे मोटे हिस्से राजी नहीं, कहते बड़ा हिस्सा चाहिए, बड़ा हिस्सा चाहिए है। चलो कोई गल नहीं, अल्लाह खैर करे, बड़ा हिस्सा भी इन्होंने दे दें, आप घर रखना गया, इन्होंने बस सारे राजी कर देना। बाकी मौलाना साहब ने पीटीआई ਨੂੰ ਵੀ ਰਾਜੀ ਕਰ ਛੱਡਿਆ ਤੇ ਉਹ ਨੂਨ ਲੀਗ ਨੂੰ ਵੀ ਪੁੱਤਰ ਦੇ ਛੱਡਿਆ ਤੇ ਪੀਪਲਸ ਪਾਰਟੀ ਨੂੰ ਵੀ ਪੁੱਤਰ ਦੇ ਛੱਡਿਆ ਗਿਆ। ਚਲੋ ਕੋਈ ਗੱਲ ਨਹੀਂ, ਇਹ ਮਾਮਲਾ ਨਾਲ ਨਾਲ ਚੱਲਦੇ ਰਹਿੰਦੇ, ਜ਼ਿੰਦਗੀ ਦੇ ਮਸਲੇ ਨਾਲ ਨਾਲ ਚੱਲਦੇ ਰਹਿਣ ਦੇ। ਇਨਸ਼ਾਅੱਲਾ ਜਿਵੇਂ ਜਿਵੇਂ ਸਾਨੂੰ ਇਹ ਡੀ ਚੌਕ ਤੋਂ ਇਹ ਸਾਨੂੰ ਅਪ ਟੂ ਡੇਟ ਆਉਂਦੀਆਂ, ਜਿਵੇਂ ਜਿਵੇਂ ਖਬਰਾਂ ਆਉਂਦੀਆਂ ਸੀ ਤੁਹਾਡੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम वरहमतुल्लाहि वबरकातुहू।